ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਸ਼ਬਦ ਹਰ ਹਰ ਜਪੈ ਨਾਮ ਨਭ ਨਿਧ ਅਪੈ ਰਸਨ ਅਹਨਿਸ ਰਸੈ ਸਤ ਕਾਰ ਜਾਨੀਓ ਪੁਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿੱਧ ਧਰੋ ਪੰਚ ਭੂ ਵਸ ਕਰੋ ਜਨਮ ਕੁਲ ਉਦਰੋ ਦਵਾਰ ਹਰ ਮਾਨੀਓ ਜੋ ਤੈ ਸਭ ਸੁਖ ਇਤ ਉਤ ਤੁਮ ਬੰਚਬੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਲ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮੈਂ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਆਖੋ ਸੋ ਕਹੋ ਡਲ ਗੁਰ ਸੇਬੀਐ ਅਹਨਿਸ ਸਹਿਜ ਸੁ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਾਮਦੀ ਅਰਸੋ ਕੁਰਸੋ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਾਹੰਦੈ ਸਾਹੋ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ मैं क्या मांगो
किछ थिर न रहाई। हर दीजै नाम प्यारी जियो। तू प्रभ दाता दान मत पूरा। हम थारे पेखारी जियो। मैं क्या मांगो किछ थिर न रहाई। हर दीजै नाम प्यारी जियो। घट घट रब रहया बनवारी। जल थल मेहियल गुप्तो वरतै। गुर शब्दी देख निहारी जियो। रहाउ मरत प्याल आकाश दिखायो। गुर सतगुर कृपा तारी जियो। सो ब्रह्म अजोनी है भी होनी। घट भीतर देख मुरारी जियो। जन्म मरण को एहो जग बपड़ो। इन दूजै भगत विसारी जियो। सतगुर मिलै तां गुरमत पाईऐ। साकत बाजी हारी जियो। सतगुर बंधन तोड़ निरारे। बोहड़ न गर्भ मझारी जियो। नानक ज्ञान रतन परगासिया। हर मन वसया निरंकारी जियो। सतगुर बंधन तोड़ निरारे। बोहड़ न गर्भ मझारी जियो। नानक ज्ञान रतन परगासिया। हर मन वसया निरंकारी जियो। वाहिगुरु जी का खालसा वाहिगुरु जी की फतेह। परम सन्मानयोग जुगो जुग अटल। चबर छतर तख दे मालक। बाणी के बोहित जाहरा जहूर हाजरा हजूर। सर्ब कला समरथ धन धन साहिब श्री गुरु ग्रंथ साहिब। सच्चे सतगुरु जी दी पावन पवित्र निगी गोद अंदर जुड़ बैठे गुरु रूप गुरु सवारे सत संगी जनों। आप जी बड़भागे हो जो दशमेश पिता गुरु कलगीधर सतगुरु बादशाह दरवेश गुरु गोबिंद सिंह। हक हक अंदेश गुरु गोबिंद सिंह। अमृत के दाते सर्वंस दानी सहबे कमाल। धन धन साहिब श्री गुरु गोबिंद सिंह महाराज जी की चरण छो धरती। महान पवित्र अस्थान गुरुद्वारा मंजी साहिब आलमगीर विखे
ਅੰਮ੍ਰਿਤ ਵੇਲੇ ਤੋਂ ਹਫ਼ਤਾਵਾਰੀ ਐਤਵਾਰ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਪਾਤਸ਼ਾਹ ਦੇ ਪਾਵਨ ਅਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦਾ ਨਿਤਨੇਮ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ਼ਬਦ ਕੀਰਤਨ, ਸ਼੍ਰੀ ਆਨੰਦ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ। ਸੁਆਓ ਗੁਰੂ ਸਵਾਰਿਓ, ਸਮਾਂ ਹੈ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕੇ ਪੂਰਨ ਲੋਕਾਈ ਨੂੰ ਸਤਿਗੁਰੂ ਜੀ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਤਰੈ ਸੋ ਕਲ ਮਹਿ, ਘਟ ਘਟ ਨਾਨਕ ਮਾਂਝਾ। ਜੋ ਸਤਿਗੁਰੂ ਮਹਾਰਾਜ ਨੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਪਾਵਨ ਹੁਕਮਨਾਮਾ ਸਾਹਿਬ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸੋਰਠ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦੇ ਬਾਬਤ ਭੱਟ ਸਾਹਿਬਾਨ ਜੀ ਬਚਨ ਕਰਦੇ ਹਨ ਕਿ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ। ਜਿਨ੍ਹਾਂ ਨਿਰੰਕਾਰ ਨੇ ਆਪਣਾ ਆਕਾਰ ਧਾਰਨਾ ਕੀਤਾ, ਮਨੁੱਖਾ ਜਾਮਾ ਧਾਰਨ ਕਰਕੇ ਸੰਸਾਰ ਵਿੱਚ ਆਏ ਅਤੇ ਜਗਤ ਦੇ ਲੁਕਾਈ ਦਾ ਪਾਤਸ਼ਾਹ ਜੀ ਨੇ ਭਲਾ ਕਰਨਾ ਕੀਤਾ। ਜਿਵੇਂ ਇੱਕ ਕਵੀ ਬੜਾ ਸੁੰਦਰ ਲਿਖਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਬਾਬਤ ਕਿ ਤਾਰੇ ਗਿਨੇ ਜਾਤ ਹੈ, ਤੇਰੇ ਤਾਰੇ ਨਾ ਗਿਨਾਤ ਹੈ। ਕਿ ਹੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦਾ ਆਪ ਜੀ ਨੇ ਕਲਿਆਣ ਕੀਤਾ, ਭਲਾ ਕੀਤਾ, ਉਹਨਾਂ ਦੀ ਗਿਣਤੀ ਕਰਨੀ ਨਾਮੁਮਕਿਨ ਹੈ, ਕੀਤੀ ਨਹੀਂ ਜਾ ਸਕਦੀ। ਹਾਂ, ਵਿਗਿਆਨਕ ਯੁੱਗ, ਹਾਲਾਂਕਿ ਜਿਹੜੇ ਆਕਾਸ਼ ਦੇ ਤਾਰੇ ਗਿਣਨੇ ਵੀ ਮੁਸ਼ਕਿਲ ਹਨ, ਪਰ ਕਵੀ ਲਿਖਦਾ ਕਹਿੰਦਾ ਗਿਣੇ ਜਾ ਸਕਦੇ ਨੇ, ਪਰ ਜਿਨ੍ਹਾਂ ਦਾ ਭਲਾ ਪਾਤਸ਼ਾਹ ਨੇ ਕਰ ਦਿੱਤਾ, ਉਹਨਾਂ ਦੀ ਗਿਣਤੀ ਕਰਨੀ ਨਾਮੁਮਕਿਨ ਹੈ। ਇਸੇ ਪ੍ਰਕਾਰ ਹੀ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ, ਉਹਨਾਂ ਨੂੰ ਪੁੱਛਣਾ ਕਰੋ, ਉਹ ਗੁਰੂ ਨਾਨਕ ਪਾਤਸ਼ਾਹ ਨੂੰ ਨਿਰੰਕਾਰ ਦੱਸਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਕਰਦੇ ਹਨ, ਕਹਿੰਦੇ ਨੇ ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਵਿਦ ਲੋਕ ਸੁਣਿਓ, ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਹੈ ਜਗ ਆਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ।
ਕਹਿੰਦੇ ਉਹ ਜਿਹੜਾ ਵਾਹਿਗੁਰੂ ਨਿਰੰਕਾਰ ਹੈ, ਜਿਹੜਾ ਆਕਾਰ ਤੋਂ ਰਹਿਤ ਹੈ ਨਾ ਪਰਮੇਸ਼ਰ, ਉਹੀ ਪਰਮੇਸ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰੂਪ ਧਾਰਨ ਕਰਕੇ ਜਗਤ ਵਿੱਚ ਆ ਗਏ ਜਗਤ ਦਾ ਕਲਿਆਣ ਕਰਨ ਦੇ ਲਈ। ਕਿਹਦਾ ਪਾਤਸ਼ਾਹ ਨੇ ਫਿਰ ਕਲਿਆਣ ਕੀਤਾ, ਕਿੱਥੇ ਕਿੱਥੇ ਸਤਿਗੁਰੂ ਜੀ ਗਏ ਨੇ, ਇਹ ਵੀ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਦੀਆਂ 12 ਤੋਂ ਪਤਾ ਲੱਗਦਾ। ਭਾਈ ਸਾਹਿਬ ਜੀ ਕਹਿੰਦੇ ਨੇ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਕੋਈ ਕੋਨਾ ਨਹੀਂ ਛੱਡਿਆ ਪਾਤਸ਼ਾਹ ਜੀ ਨੇ। 9 ਖੰਡ ਪ੍ਰਿਥਵੀ ਦੇ ਵਿੱਚ ਸਤਿਗੁਰੂ ਵਿਚਰੇ ਅਤੇ ਥਾਵਾਂ ਥਾਵਾਂ 'ਤੇ ਸਤਿਗੁਰੂ ਜੀ ਨੇ ਸਿੱਖੀ ਦਾ ਬੂਟਾ ਲਾਇਆ ਅਤੇ ਉਹ ਸਿੱਖ ਜਿਹੜਾ ਉਸ ਬੂਟੇ ਨੂੰ ਗੁਰੂ ਸਰੇ ਫਲਾਣਾ ਕੀਤਾ, ਥਾਵਾਂ ਥਾਵਾਂ 'ਤੇ ਸ਼ਬਦ ਦਾ ਪ੍ਰਚਾਰ ਕੀਤਾ। ਭੁੱਲੇ ਭਟਕੇ ਜਿਹੜੇ ਲੋਕ ਸਨ ਉਹਨਾਂ ਨੂੰ ਕੁਰਾਹੇ ਪਿਆਂ ਨੂੰ ਰਾਹੇ ਬਾਣਾ ਕੀਤਾ। ਐਸੇ ਦੀਨ ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਚੜ੍ਹਿਆ ਸੋਧਣ ਧਰਤ ਲੁਕਾਈ ਦੇ ਭਲੇ ਵਾਸਤੇ ਪਾਤਸ਼ਾਹ ਚੱਲੇ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ 4 ਉਦਾਸੀਆਂ ਦੇ ਰੂਪ ਦੇ ਵਿੱਚ 4 ਫੇਰੀਆਂ। ਅਤੇ ਉਦੋਂ ਗੁਰਦੇਵ ਪਿਤਾ ਮਹਾਰਾਜ ਸਤਿਗੁਰੂ ਜੀ ਨੇ ਕਹਿੰਦੇ ਜਿੱਥੇ ਜਿੱਥੇ ਗਏ ਨੇ ਉੱਥੇ ਉੱਥੇ ਸਤਿਗੁਰੂ ਜੀ ਨੇ ਭੁੱਲਿਆਂ ਹੋਇਆਂ ਨੂੰ ਮਾਰਗ ਲਾ ਪਾ ਦਿੱਤਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਬਸੋਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਾਣ ਦੇ ਨਾਲ ਜਿੱਥੇ ਜਿੱਥੇ ਪਾਤਸ਼ਾਹ ਗਏ ਨੇ ਨਾ, ਪਾਤਸ਼ਾਹ ਦੇ ਪ੍ਰਚਾਰ ਦਾ ਐਸਾ ਅਸਰ ਹੋਇਆ ਕਿ ਘਰ ਘਰ ਦੇ ਵਿੱਚ ਧਰਮਸ਼ਾਲ ਧਰਮ ਦਾ ਘਰ ਬਣ ਗਿਆ। ਘਰ ਘਰ ਦੇ ਵਿੱਚ ਨਿਰੰਕਾਰ ਦੀ ਗੁਰੂ ਨਾਨਕ ਦੀ ਕੀਰਤੀ ਹੋਣ ਲੱਗ ਪਈ। ਘਰ ਘਰ ਦੇ ਵਿੱਚ ਇਹੀ ਧੁਨ ਉੱਠ ਰਹੀ ਹੈ ਕਿ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਸ ਤਰ੍ਹਾਂ ਗੁਰੂ ਸਵਰੇ ਇਹ ਗੂੰਜ ਪੈ ਰਹੀ ਹੈ। ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਉਸ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਵਡਿਆਈ ਕਰ ਰਹੇ ਸਨ। ਸੋ ਉਹ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਸੋਠ ਰਾਗ ਦੇ ਵਿੱਚ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 597 ਤੋਂ ਪ੍ਰਾਰੰਭ ਹੁੰਦਾ ਹੈ ਅਤੇ 598 'ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਗੁਰਦੇਵ ਪਿਤਾ ਜੀ ਸਾਨੂੰ ਇਹ ਦੱਸ ਰਹੇ ਨੇ, ਸਮਝਾ ਰਹੇ ਨੇ ਕਿ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਿਵੇਂ ਕਰਨੀ ਹੈ, ਕਿਵੇਂ ਉਸ ਮਾਲਕ ਦੇ ਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ ਗੁਰੂ ਪਾਸੋਂ ਦਾਤਾਂ ਪ੍ਰਾਪਤ ਕਰਨੀਆਂ ਹਨ। ਅਤੇ ਸਤਿਗੁਰੂ ਰੰਭਤਾ ਵਿੱਚ ਵਚਨ ਕਰਦੇ ਹਨ, ਕਹਿੰਦੇ ਇੰਝ ਬੇਨਤੀ ਕਰੋ ਜਿਹੜਾ ਘਟ ਘਟ ਰਬ ਰਹਿਆ ਬਨਵਾਰੀ, ਜਲ ਥਲ ਮਹੀਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਰਹਾਉ ਵਾਲੀ ਇਹ ਪੰਕਤੀ ਹੈ। ਰਹਾਉ ਵਾਲੀ ਪੰਕਤੀ 'ਚ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਘਟ ਘਟ ਰਬ ਰਹਿਆ ਬਨਵਾਰੀ। ਹੈ ਭਾਈ ਜਿਹੜਾ ਪਰਮੇਸ਼ਰ ਘਟ ਘਟ ਹਿਰਦੇ ਹਿਰਦੇ ਵਿੱਚ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਬਨਵਾਰੀ ਦਾ ਅਰਥ ਹੈ ਜਗਤ ਦਾ ਮਾਲੀ, ਜਗਤ ਨੂੰ ਪੈਦਾ ਕਰਨ ਵਾਲਾ, ਜਗਤ ਦੀ ਸੰਭਾਲ ਕਰਨ ਵਾਲਾ, ਫਿਰ ਜਗਤ ਦੀ ਲਹਿਤਾ ਕਰਨ ਵਾਲਾ ਵੀ ਉਹੀ ਹੈ। ਉਹ ਜਿਹੜਾ ਸਾਰੀਆਂ ਥਾਵਾਂ 'ਤੇ ਘਟ ਘਟ ਵਰਤ ਰਿਹਾ ਹੈ, ਰਵਿਆ ਹੋਇਆ ਹੈ। ਕਹਿੰਦੇ ਉਹ ਕਿੱਥੇ ਕਿੱਥੇ ਰਹਿੰਦਾ, ਹੋਰ ਕਿਹੜੀ ਕਿਹੜੀ ਥਾਂ ਹੈ। ਸਤਿਗੁਰੂ ਕਹਿੰਦੇ ਜਲ ਥਲ ਮਹੀਲ, ਜਲਾਂ ਵਿੱਚ, ਥਲਾਂ ਵਿੱਚ, ਮਹੀਲ ਧਰਤੀ ਔਰ ਆਕਾਸ਼ ਦੇ ਵਿੱਚ ਉਹ ਗੁਪਤ ਰੂਪ ਵਿੱਚ ਵਰਤ ਰਿਹਾ ਹੈ, ਦਿਖਾਈ ਨਹੀਂ ਦੇ ਰਿਹਾ। ਤਾਂ ਹੀ ਉਸ ਭਗਤ ਜਿਨ੍ਹਾਂ ਨੇ ਦੇਖਿਆ ਨਾ, ਉਹਨਾਂ ਨੇ ਦੇਖ ਕੇ ਆਖ ਦਿੱਤਾ, ਉਹਨਾਂ ਨੇ ਸਾਰੀਆਂ ਥਾਵਾਂ 'ਤੇ ਪਰਮਾਤਮਾ ਨੂੰ ਮਹਿਸੂਸ ਕੀਤਾ, ਪਰਮਾਤਮਾ ਦੇ ਦੀਦਾਰ ਕੀਤੇ। ਉਹਨਾਂ ਨੇ ਕਹਿ ਦਿੱਤਾ ਫਿਰ ਨੇਰਾ ਨਾਹੀ ਦੂਰ ਨਿਜ ਆਤਮੈ ਰਹਿਆ ਭਰਪੂਰ। ਉਹਨਾਂ ਨੇ ਆਖ ਦਿੱਤਾ ਕਿ ਪਰਮਾਤਮਾ ਘਟ ਘਟ ਮੈਂ ਹਰਜੂ ਵਸੈ, ਸੰਤਨ ਕਿਉ ਪੁਕਾਰ। ਅਤੇ ਉਸ ਤਰ੍ਹਾਂ ਉਹਨਾਂ ਦੀ ਅਵਸਥਾ ਬਣ ਗਈ। ਜਦੋਂ ਸਾਡੇ ਕੋਲ ਉਹ ਨੇਤਰ ਨਹੀਂ ਹਨ ਜਿਹੜੇ ਨੇਤਰਾਂ ਦੇ ਰਾਹੀਂ ਆਪਾਂ ਆਪਣੇ ਗੁਰੂ ਨੂੰ, ਪਰਮੇਸ਼ਰ ਨੂੰ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਦੇਖ ਸਕਦੇ ਹਾਂ।
ਜਿਨ੍ਹਾਂ ਨੂੰ ਉਹ ਨੇਤਰ ਨਸੀਬ ਹੋ ਗਏ, ਨੇਤਰ ਪ੍ਰਾਪਤ ਹੋ ਗਏ, ਉਹ ਗਿਆਨ ਰੂਪੀ ਨੇਤਰਾਂ ਦੇ ਰਾਹੀਂ ਗੁਰੂ ਸਵਾਰਿਓ ਫਿਰ ਸਾਰੀਆਂ ਥਾਵਾਂ 'ਤੇ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਦੇਖਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਗੁਪਤ ਰੂਪ ਵਿੱਚ ਸਾਰੀਆਂ ਥਾਵਾਂ 'ਤੇ ਵਰਤ ਰਿਹਾ। ਕਹਿੰਦੇ ਇਸੇ ਮਾਲਕ ਨੂੰ ਫਿਰ ਦੇਖਿਆ ਕਿਵੇਂ ਜਾ ਸਕਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਗੁਰ ਸ਼ਬਦੀ ਦੇਖ ਨਿਹਾਰੀ ਜੀ। ਕਹਿੰਦੇ ਇੱਕੋ ਇੱਕ ਤਰੀਕਾ ਹੈ, ਉਹ ਤਰੀਕਾ ਕਿਹੜਾ? ਗੁਰ ਸ਼ਬਦ। ਗੁਰ ਸ਼ਬਦ ਦੇ ਰਾਹੀਂ ਹੀ ਐਸੇ ਮਾਲਕ ਨੂੰ ਦੇਖਿਆ ਜਾ ਸਕਦਾ, ਨਿਹਾਰਿਆ ਜਾ ਸਕਦਾ ਹੈ। ਜਦੋਂ ਤੱਕ ਗੁਰੂ ਦੇ ਸ਼ਬਦ ਨਾਲ ਆਪਾਂ ਨਹੀਂ ਜੁੜਦੇ, ਉਦੋਂ ਤੱਕ ਸਾਡੇ ਜਿਹੜੇ ਨੇਤਰਾਂ ਵਿੱਚ ਜਿਹੜਾ ਗਿਆਨ ਨਹੀਂ ਪ੍ਰਾਪਤ ਹੋਵੇਗਾ। ਸਾਡੇ ਅੰਤਰੀਵ ਨੇਤਰ ਨਹੀਂ ਖੁੱਲ੍ਹਣਗੇ। ਅੰਤਰੀਵ ਨੇਤਰ ਨੂੰ ਖੋਲ੍ਹਣ ਵਾਲਾ ਕੇਵਲ ਅਤੇ ਕੇਵਲ ਗੁਰ ਸ਼ਬਦ ਹੀ ਹੈ। ਗੁਰ ਜਿਹੜਾ ਸ਼ਬਦ ਹੈ, ਸ਼ਬਦ ਇੱਕ ਸ਼ਮਾ ਦੀ ਨਿਆਈ ਹੈ, ਮਿਸਾਲ ਦੀ ਨਿਆਈ ਹੈ। ਸ਼ਬਦ ਇੱਕ ਦੀਵੇ ਦੀ ਨਿਆਈ ਹੈ। ਜਿਵੇਂ ਦੀਵਾ ਜਗਦਾ ਹਨੇਰਾ ਦੂਰ ਹੋ ਜਾਂਦਾ ਹੈ। ਮਿਸਾਲ ਪੁਰਾਣੇ ਸਮਿਆਂ ਦੇ ਵਿੱਚ ਜੋ ਲਾਈਟ ਨਹੀਂ ਹੁੰਦੀ ਸੀ, ਰਾਜੇ ਮਹਾਰਾਜੇ ਮੁਹਿੰਮ 'ਤੇ ਜਾਂਦੇ ਹੁੰਦੇ ਸਨ, ਮਸ਼ਾਲਾਂ ਜਗਾਉਣੀਆਂ, ਮਸ਼ਾਲਾਂ ਦੇ ਜਗਾ ਕੇ ਉਹਦੇ ਮਗਰ ਸਾਰੀ ਸੈਨਾ ਨੇ ਤੁਰਨਾ। ਅਤੇ ਇਸ ਤਰ੍ਹਾਂ ਉਸ ਮਿਸਾਲ ਦੇ ਰਾਹੀਂ ਜਿਹੜਾ ਚਾਨਣ ਹੋ ਜਾਂਦਾ ਸੀ। ਅਤੇ ਗੁਰੂ ਦਾ ਸ਼ਬਦ ਸਾਡੇ ਹਿਰਦੇ ਅੰਦਰ ਇੱਕ ਤਰ੍ਹਾਂ ਮਿਸਾਲ ਦੀ ਨਿਆਈ ਹੈ, ਦੀਵੇ ਦੀ ਨਿਆਈ ਹੈ। ਜਿਨ੍ਹਾਂ ਨੇ ਗੁਰ ਸ਼ਬਦ ਦਾ ਟੇਕ ਲੈਣਾ ਕੀਤਾ, ਗੁਰ ਸ਼ਬਦ ਨਾਲ ਜੁੜੇ ਨੇ, ਉਹਨਾਂ ਨੇ ਗੁਰ ਸ਼ਬਦ ਨਾਲ ਜੁੜ ਕੇ ਆਪਣੇ ਗੁਰੂ ਨੂੰ, ਪਰਮੇਸ਼ਰ ਨੂੰ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਦੇਖ ਲਿਆ। ਅਤੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਕਹਿਣ ਲੱਗੇ ਕਿ ਪਾਤਸ਼ਾਹ ਜੇ ਇਹੋ ਜਿਹਾ ਪਰਮੇਸ਼ਰ ਪ੍ਰਾਪਤ ਹੋ ਜਾਵੇ, ਮਨ ਗੁਰ ਸ਼ਬਦ ਨਾਲ ਆਪਾਂ ਜੁੜੇ, ਗੁਰ ਸ਼ਬਦ ਦਾ ਅਭਿਆਸ ਕੀਤਾ, ਸ਼ਬਦ ਸਾਡੇ ਹਿਰਦੇ ਅੰਦਰ ਘਰ ਕਰ ਗਿਆ। ਜੇ ਸਾਨੂੰ ਉਹ ਵਾਹਿਗੁਰੂ ਪਰਮਾਤਮਾ ਮਿਲ ਜਾਵੇ ਅਤੇ ਪਰਮਾਤਮਾ ਪਾਸੋਂ ਆਪਾਂ ਮੰਗਣਾ ਕੀ ਹੈ? ਵਾਹਿਗੁਰੂ ਪਾਸੋਂ ਮੰਗਣਾ ਕੀ ਹੈ? ਕਿਉਂਕਿ ਆਪਣੇ ਅਤੇ ਸਤਿਗੁਰੂ ਕਹਿੰਦੇ ਫਿਰ ਉਸ ਮਾਲਕ ਪਾਸੋਂ ਮੰਗਣਾ ਹੈ, ਇੰਝ ਬੇਨਤੀ ਕਰਨੀ ਹੈ ਭਿਖਾਰੀ ਬਣ ਕੇ ਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿ ਸਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕਿ ਹੇ ਪਰਮਾਤਮਾ, ਹੇ ਪ੍ਰਭੂ ਜੀ, ਆਪ ਜੀ ਦਾਤੇ ਹੋ, ਦਾਨ ਮਤ ਪੂਰਾ, ਦਾਨ ਦੇਣ ਵਾਲੇ ਹੋ, ਸ਼੍ਰੇਸ਼ਟ ਮਤ ਦੇਣ ਵਾਲੇ ਹੋ, ਮਤ ਦੇ ਧਨੀ ਹਨ। ਅਸੀਂ ਤੇਰੇ ਦਰ ਦੇ ਹਮ ਥਾਰੇ ਭਿਖਾਰੀ ਜੀਓ, ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਗੁਰੂ ਪਾਤਸ਼ਾਹ ਨੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਮਾਲਕ ਦੇ ਦਰ ਤੋਂ ਮੰਗਣਾ ਨਾ, ਮਾਲਕ ਦੇ ਦਰ 'ਤੇ ਤੂੰ ਆ ਕੇ ਭਿਖਾਰੀ ਬਣ ਕੇ ਮੰਗਣਾ ਕਰ। ਕਿਉਂਕਿ ਉਦੋਂ ਤੱਕ ਨਹੀਂ ਮੰਗਿਆ ਜਾ ਸਕਦਾ ਜਦੋਂ ਮਨੁੱਖ ਆਪਣੇ ਆਪ ਨੂੰ ਨਹੀਂ ਮਾਰਦਾ। ਮੰਗਦਾ ਉਹ ਹੈ ਜਿਹੜਾ ਆਪਣੇ ਆਪ ਨੂੰ ਮਾਰ ਲੈਂਦਾ, ਖ਼ਤਮ ਕਰ ਲੈਂਦਾ। ਮੰਗਤਾ ਬਾਜ਼ਾਰ ਵਿੱਚ, ਪਿੰਡਾਂ ਵਿੱਚ ਮੰਗਤਾ ਘਰ ਘਰ ਜਾ ਕੇ ਮੰਗਦਾ, ਮੰਗਤਾ ਘਰ ਘਰ ਜਾ ਕੇ ਦਰਵਾਜ਼ਾ ਖੜਕਾਉਂਦਾ, ਕੋਈ ਨੂੰ ਆਟਾ ਪਾਉਂਦਾ, ਕੋਈ ਦਾਲ ਪਾਉਂਦਾ, ਕੋਈ ਕੁਝ ਪੈਸੇ ਦਿੰਦਾ ਹੈ। ਅਤੇ ਕਈ ਵਾਰੀ ਉਸ ਮੰਗਤੇ ਨੂੰ ਕਬੋਲ ਬੋਲ ਵੀ ਬੋਲੇ ਜਾਂਦੇ ਨੇ। ਪਰਿਵਾਰ ਦੇ ਜੀਅ ਕਈ ਵਾਰੀ ਗੁੱਸੇ ਵਿੱਚ ਆ ਕੇ ਮੰਗਤੇ ਨੂੰ ਗਲਤ ਸ਼ਬਦ ਵਰਤੇ ਨੇ, ਅਤੇ ਮੰਗਤਾ ਅੱਗੋਂ ਗੁੱਸਾ ਨਹੀਂ ਕਰਦਾ, ਅੱਗੋਂ ਮੰਗਤਾ ਹੱਸਦਾ ਏ। ਅਤੇ ਗੁਰਸਿੱਖ ਦਾ ਜੀਵਨ ਵੀ ਗੁਰੂ ਦੇ ਦਰ 'ਤੇ ਆ ਕਿਹੋ ਜਿਹਾ ਹੋਣਾ ਚਾਹੀਦਾ? ਜੇ ਗੁਰ ਝੜਕੇ ਤਾਂ ਮੀਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਗੁਰੂ ਝੜਕਾ ਮਾਰਦਾ ਨਾ, ਅਤੇ ਇਹਦੇ ਵਿੱਚ ਗੁਰੂ ਦੀ ਰਜ਼ਾ ਸਮਝਣੀ ਕਿ ਗੁਰੂ ਸਾਡਾ ਕੋਈ ਭਲਾ ਹੀ ਕਰ ਰਿਹਾ ਹੈ। ਜੇ ਗੁਰੂ ਸਾਡੇ ਉੱਤੇ ਬਖਸ਼ਿਸ਼ਾਂ ਕਰ ਰਿਹਾ, ਰਹਿਮਤ ਕਰ ਰਿਹਾ ਏ, ਸਾਨੂੰ ਵਡਿਆਈ ਦੇ ਰਿਹਾ ਏ, ਅਤੇ ਇਹ ਸਮਝਣਾ ਕਿ ਇਹ ਗੁਰੂ ਵਿੱਚ ਗੁਣ ਨੇ, ਸ਼ੁਭ ਗੁਣ, ਜਿਸ ਕਰਕੇ ਗੁਰੂ ਸਾਡੇ ਉੱਤੇ ਐਡੀ ਵੱਡੀ ਇਹ ਬਖਸ਼ਿਸ਼ ਕਰ ਰਿਹਾ ਹੈ। ਮਨੁੱਖ ਦੀ ਇਹ ਆਦਤ ਹੈ ਕਿ ਜਦੋਂ ਦਾ ਜੀਵ ਪੈਦਾ ਹੋਇਆ, ਜੀਵ ਬਚਪਨ ਤੋਂ ਲੈ ਕੇ ਅੰਤਮ ਸਮੇਂ ਤੱਕ ਮੰਗਦਾ ਹੀ ਹੈ। ਪੈਦਾ ਹੋਇਆ, ਮਾਤਾ ਪਿਤਾ
पासों मंगण लग पिया। थोड़ा वड्डा होया फिर भैन भरा पासों मंगण लग पिया। फिर जोबन विच जवानी विच कदम रखिया, उदों फिर गुरु सवारे अपने मित्रां सज्जणा पासों मंगण लग पिया। फिर होर अगों समा लंघिया, फिर इत्थों तक गुरु सवारिओ सारी कहण दा भाव सारी जिंदगी मंगदिया लंघी। पंथ रतन संत सिंह मस्कीन जी बचन करते हुंदे सन कथा दे विच, कहंदे ऐ भाई ऐ जीव तू अमृत वेले, जो अमृत वेले का समा हुंदा ना, अमृत वेले तू अद्धा घंटा घंटा जिन्ना तेरे को समा है, कहंदे तू मालक दे दर दा भिखारी बन के जीवन बतीत कर। अमृत वेले समय तू प्रभु दे दर दे गुरु दे दर ते भिखारी बन के गुरु नूं वार वार चेते कर, वार वार गुरु दे चरनां च फरियाद कर, मुखों वाहिगुरू जप, मूल मंत्र दा अभ्यास कर ते सतगुर दी बाणी पढ़। जिहड़ा अमृत वेले गुरु दे दर ते भिखारी बन के दाता मंगदा ना, ते सच जाणिओ वो संसार दा दाता बन जाता है। उहदे एड्डी वड्डी बख्शिश हो जाती है, वो बादशाह बन जाता है। परमेश्वर गुरु साहबान जी उन्होंने दाता बना देंदे ने, एडियां दातां, क्योंकि दातां जिहड़ियां परमेश्वर दियां ने, परमात्मा फिर उन्होंने वो बख्शा कर दिंदा, झोलियां भर दिंदा, जिहदे राही फिर अगों गुरु दी दित्तियां होईयां दातां नूं गांह वंडदा है। ते सतगुरु कहंदे भिखारी बन के मंग। जिवें आपां गुरबाणी विच पातशाह दे बचन पढ़दे हां कि दद्दा दाता एक है, सब को देवनहार, देंदे तोट ना आवई, अगणत भरे भंडार। उहदे भंडारे भरे होए ने जिहदी गिणती नहीं कीती जा सकती है। ऐने भंडारे भरे हुए ने, कदे वो मुकदे नहीं हैं। वो भंडारे दिना नितापति भरते जा रहे, खत्म नहीं हो सकते हैं। तो एडा वड्डा वो दाता है। देखो वैसे जे आप विचार करिए ना, विचार के देखिए, परमात्मा सानू अणमंगिया दान देवना, अणमंगिया पा बिना मंगिया परमात्मा सानू सब कुछ दे रहा। मनुखा शरीर वाहिगुरू पासों आप मंगिया नहीं सी, परमेश्वर ने सानू मनुखा शरीर दे दिता, सानू हाथ दिते, पैर दिते ने, नेत्र दिते, नेत्रां दी लाइट देना की, रोशनी देना की है। उन्हां वल भी देखना करो, कई जीवां नूं शरीर तां दिते ने, वाहिगुरू ने पंचभूतक शरीर दिता, जिंद पा दिती, पर कईयां दे हत्थ नहीं, जमांदरू हत्थ नहीं हुंदे हन, बाहां नहीं हुंदियां, कईयां दे जमांदरू पैर नहीं हुंदे, कईयां लत्तां बाहां देना कीतियां ने, पर उन्हां चलण दी समर्था नहीं है, बाहां काम नहीं कर सकदियां, पैर ना तुर के नहीं जा सकते हैं। है तां खेड परमात्मा दी है। जे सतगुरु ने सानू सब कुछ बिना मंगिया देना, कि हत्थ पैर देना, कि सुंदर स्वरूप बख्शिश कीते, सब कुछ बख्शिया है, तो साडा फर्ज बनता है ऐसे मालक का धन्नवाद करिए। वो बिना मंगिया दे ही जा रहा है। सूरज चढ़ गया, सूरज नूं फिर कहना नहीं पैंदा कि ऐ सूरज मैनू तू रोशनी देना कर, मैनू प्रकाश दे। जो सूरज चढ़ गया, सूरज ने उस समय प्रकाश होना, तो सारिਆਂ ਨੂੰ अपने आप ही रोशनी मिल जानी है, प्रकाश अपने आप ही मिल जाना है। इसका मतलब की है कि जिहड़ा परमात्मा वाहिगुरू है, वो वाहिगुरू सारिਆਂ ਨੂੰ दातां दिंदा, पर जीव जिहड़ा है मंगल वाली दात जिहड़ा जीव परमेश्वर पासों मंगदा नहीं है। मेड़ा नगर दा रहण वाला पंडित दुर्गा दास जी, जदों गुरु अमरदास पातशाह महाराज हाले गुरु नहीं बने सन, बाबा अमरदास जी यात्रा ते गए ने, कहते इन्होंने सतगुरु महाराज के चरणों च पद्म देखना कीता, ते मुखों आखण लग्या, कहन लग्या, हे बाबा अमरदास, समा आवेगा तुहाडे सिर उत्ते दीन दुनिया का छत्र झुलेगा, जां तां तुसीं किसी दुनियावी गद्दी दे बड़े मालक बनणगे, जां कोई धार्मिक गद्दी इहो जी होवेगी जिन्होंने लोग सलामा करनगे, सजदा करनगे,
ये तुहाडे चरणां च पदम है, मैं तुहानूं अज निशानियां दस रहा। गुरु अमरदास पातशाह महाराज ने बचन कीते सन, कहन लगे जे मेरे उत्ते मेरे मालक ने ये बख्शिश की ना, बख्शिश की मेरे मालक ने, फिर जो तू मंगेगा तैनूं दे दियांगा, जो मंगेगा देवेगा, तवांगे। समा लंघिया, गुरु अमरदास पातशाह गुरु अंगद दे महाराज हजूरी च आए, टहल सेवा की। 1552 ਵਿੱਚ सतगुरु महाराज गुरगद्दी दे मालक बने, गुरगद्दी उत्ते विराजमान होए। फिर सतगुरु जी अपने इलाके दे विच सिੱਖੀ ਦਾ प्रचार कर रहे ने। कहते बहुत भारी संगतां दा इकट्ठ। इन्हें ये भी जिहड़ा पंडित सी, पंडित भी उत्थे आके पहुँचे है। दूरों पहचान लिया कि तो वही बाबा अमरदास हन जिहड़े अज छत्र ਸਿੰਘਾਸਣ ਦੇ मालक बने ने। तो उस समय गुरु सवारिओ कहते ने धन गुरु अमरदास पातशाह दे कोल जाके पहुँचे ने, सजदा कीता, नमस्कार की। कहन लग्या कि पातशाह मैं मेड़े नगर का रहन वाला, मेरा नाम दुर्गा दास। ये सच्चे पातशाह जी वो बचन याद करो, जदों मैं तुहाडे चरणां च पदम देखना कीता सी, मैं मुखों आख्या सी कि आउण वाले समय तुसीं किसी धार्मिक गद्दी या दुनियावी गद्दी दे मालक बनोगे। अज तुहाडे उत्ते उस मालक की कृपा हुई है। गद्दी भी वो गद्दी जिहड़ी गद्दी गुरु नानक की गद्दी, इस गद्दी नूं सारा जहान, सारा संसार सजदा करता है, नमस्कारां करता है। उस गद्दी दे अज आप जी मालक बने हो। तो सतगुरु जी उदों आप जी ने बचन कीता सी कि जे मैनू इहो जी गद्दी को प्राप्त होगी तो जो तू मंगेगा तैनूं दे दियांगा। तो सतगुरु अज मौका है, मेरे ते कृपा करो, मैनू मेरे उत्ते बख्शिश करो, अपना वादा बचन पूरा करो। तो गुरु अमरदास पातशाह महाराज कहन लगे ठीक है, सानू अपने बचन याद ने। कहन लगे पंडित जी एक लोक दे सुख मंग लो, जां इस लोक दे जां परलोक दे, एक दात मंगो, लोक जां परलोक। हुण पंडित जिहड़ा दुर्गा दास सी मन च विचार करदा कि मना जे उस लोक दे सुख मंग ले जिहड़ा लोक मैं देखना नहीं कीता, ते फिर संसार विच विचरदियां होइयां कार विहार करदे ने, परिवार है बच्चियां वाला, गृहस्थी जीवन वाला हाँ, ते गृहस्थी जीवन का निर्वाह किवें होवेगा जे इत्थे दुखी होया ते वो लोक अगे जाके देखा वो किहने देखना है। तो दोनों लोगों के सुख सतगुरु कृपा कर मैनूं देण, तां फिर मैं सतगुरु महाराज चरणा बेनती करदा। कहंदे ने जदों सतगुरु महाराज कुछ समय चुप रहे आए तो पातशाह कहण लगे पंडित जी तुसीं दस्सिया नहीं, की जाई दसो, ये लोक दे सुख जां परलोक दे सुख। तो पंडित जी ने हाथ जोड़े कहन लगे कि पातशाह जे तुसां ने मैनूं नाम रूपी धन दे दिता, नाम रूपी धन प्राप्त करके मेरा परलोक तां सवर जावेगा, पर जिहड़ा ये संसार है, संसार दुनियावी धन तो बिना नहीं चल सकता है। संसार जिहड़ा जीव नूं अपने जीवन बतीत करदिआं विचरदिआं होइआं ते जीव नूं उस जीव नूं माया की लोड़ पैंदी है, माया तो बिना जीव का गुजरान नहीं है। छेवें पातशाह महाराज ने बचन कीते सी कि पुत्र निशान औरत ईमान दौलत, ते इस पुत्र निशान औरत ईमान दौलत गुजरान, ये छेवें पातशाह के गुर इतिहास के बचन आते ने। मीर दौला पंडित सतगुरु जी ने पीर नूं ये बचन कीते सी कि दौलत तो बिना माया तो बिना गुजरान नहीं है। तो पातशाह कृपा करो मैनू दुनियावी धन भी देना करो ते नाम रूपी धन भी दवो, मेरे उत्ते ये बख्शिश करो। तो गुरु अमरदास पातशाह की बेनती सुन के बड़े प्यार दे नाल घगिया के हाथ जोड़ के निमरता विच आके उस पंडित ने बेनती की
ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪ੍ਰਸੰਨ ਹੋ ਗਏ। ਕਹਿਣ ਲੱਗੇ ਪੰਡਤ ਜੀ ਤੈਨੂੰ ਇਸ ਲੋਕ ਦੇ ਸੁੱਖ ਵੀ ਦਿੱਤੇ, ਤੈਨੂੰ ਪਰਲੋਕ ਦੇ ਸੁੱਖ ਵੀ ਦਿੱਤੇ ਨੇ, ਤੇਰੇ ਦੋਨੋਂ ਲੋਕ ਸਵਰ ਗਏ। ਇਹ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਤੇ ਮੰਗਤਾ ਹੋਣਾ ਚਾਹੀਦਾ ਉਸ ਪੰਡਤ ਜੈਸਾ ਜਿਹਨੇ ਗੁਰੂ ਪਾਸੋਂ ਦੋਨੋਂ ਦਾਤਾਂ ਮੰਗ ਲਈਆਂ। ਤੇ ਮਾफ़ ਕਰਨਾ, ਆਪਾਂ ਹੁਣ ਆਪਣੇ ਮਨਾਂ ਵੱਲ ਦੇਖਣਾ ਕਰੀਏ। ਗੁਰੂ ਪਾਤਸ਼ਾਹ ਜੀ ਹਜ਼ੂਰੀ ਵਿੱਚ ਆਪਾਂ ਆਉਂਦੇ ਹਾਂ, ਅਸੀਂ ਮੰਗਦੇ ਕੀ ਹਾਂ? ਸਤਿਗੁਰੂ ਦੁੱਧ ਦਿਓ, ਪੁੱਤ ਦਿਓ, ਕਾਰੋਬਾਰ ਦਿਓ, ਆਹ ਦੇ ਦਿਓ, ਆਹ ਦੇ ਦਿਓ। ਪਰ ਕੋਈ ਬਿਰਲਾ ਹੀ ਹੈ ਜਿਹੜਾ ਸਤਿਗੁਰ ਦੇ ਦਰ 'ਤੇ ਆ ਕੇ ਆਖਦਾ ਕਿ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਕੋਈ ਬਿਰਲਾ ਹੀ ਆ ਕੇ ਮੰਗਦਾ ਜਿਹੜਾ ਸਤਿਗੁਰ ਦੇ ਦਰ ਤੋਂ ਇਹ ਦਾਤਾਂ ਮੰਗ ਲੈਂਦਾ ਨਾ, ਨਾਮ ਦੀਆਂ ਦਾਤਾਂ, ਸਿੱਖੀ ਜੀਵਨ। ਤੇ ਸਤਿਗੁਰੂ ਦਾ ਸਭ ਕੁਝ ਸਵਾਰ ਦਿੰਦੇ ਨੇ ਗੁਰੂ ਸਵਾਰਿਓ। ਇਸ ਕਰਕੇ ਗੁਰੂ ਦੇ ਦਰ 'ਤੇ ਭਿਖਾਰੀ ਬਣ ਕੇ ਆਪਾਂ ਮੰਗਣਾ ਕਿ ਪ੍ਰਮਾਤਮਾ ਕਿਰਪਾ ਕਰ, ਹੇ ਸਤਿਗੁਰੂ ਸਾਨੂੰ ਨਾਮ ਦੀ ਦਾਤ ਦੇਵੋ, ਸਿੱਖੀ ਜੀਵਨ ਦੇਵੋ। ਸਤਿਗੁਰੂ ਸਾਨੂੰ ਸੰਤੋਖ ਬਖਸ਼ਣਾ ਕਰੋ। ਜਦੋਂ ਸਾਡੇ ਹਿਰਦੇ ਅੰਦਰ ਸੰਤੋਖ ਪੈਦਾ ਹੋ ਗਿਆ ਨਾ, ਤੇ ਦਾਤਾਂ ਆਪਣੇ ਆਪ ਜਿਹੜੀ ਦੁਨਿਆਵੀ ਦਾਤਾਂ ਨੇ ਨਾ, ਧਨ ਸੰਪਦਾ, ਇਹ ਆਪਣੇ ਆਪ ਮਗਰ ਤੁਰੀਆਂ ਫਿਰਨੀਆਂ ਹਨ। ਤੇ ਸਤਿਗੁਰੂ ਕਹਿੰਦੇ ਜਾਚਕ ਬਣ, ਮੰਗਤਾ ਬਣ। ਮੰਗਤਾ ਬਣ ਕੇ ਉਸ ਮਾਲਕ ਦੇ ਦਰ 'ਤੇ ਮੰਗ। ਜਾਚਕ ਮੰਗੈ ਦਾਨ, ਦੇ ਪਿਆਰਿਆ, ਦੇਵਨਹਾਰ ਦਾ ਤਾਰ, ਮੈਂ ਨਿਤ ਚਿਤਾਰਿਆ, ਨਿਖੁੱਟ ਨਾ ਜਾਈ ਮੂਲ, ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ, ਤਿਨ ਸਭ ਕੇ ਸਾਰਿਆ। ਇਸ ਤਰੀਕੇ ਨਾਲ ਮੰਗ, ਭਿਖਾਰੀ ਬਣ ਕੇ ਮੰਗ, ਤੇ ਗੁਰੂ ਨੇ ਤੇਰੇ ਉੱਤੇ ਕਿਰਪਾ ਕਰਕੇ ਤੈਨੂੰ ਸਭ ਕੁਝ ਦੇ ਦੇਣਾ ਹੈ। ਤੇ ਇਸ ਕਰਕੇ ਸਤ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਇੰਝ ਬੇਨਤੀ ਕਰੋ, ਪ੍ਰਮਾਤਮਾ ਤੂੰ ਸਾਡਾ ਦਾਤਾ, ਦਾਨ ਮਤ ਪੂਰਾ, ਸ਼੍ਰੇਸ਼ਟ ਮਤ ਸਾਨੂੰ ਦੇਣ ਵਾਲਾ ਹੈ ਤੂੰ। ਅਸੀਂ ਤੇਰੇ ਦਰ 'ਤੇ ਭਿਖਾਰੀ ਹਾਂ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਹੇ ਪਰਮਾਤਮਾ ਤੇਰੇ ਪਾਸੋਂ ਮੈਂ ਕੀ ਮੰਗਣਾ ਕਰਾਂ, ਕਿਉਂਕਿ ਕੁਝ ਵੀ ਥਿਰ ਰਹਿਣ ਵਾਲਾ ਨਹੀਂ ਹੈ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਇੱਕ ਕਿਰਪਾ ਕਰ ਦੇ ਮਾਲਕ, ਤੇ ਦੁਨਿਆਵੀ ਧਨ ਸੰਪਤਾ ਮੰਗਾ ਦੇ, ਮੈਂ ਦੁਨੀਆ ਦੇ ਸਾਰੇ ਸੁੱਖ ਮੰਗ ਲਵਾਂ। ਸੰਸਾਰ ਤਾਂ ਝੂਠਾ ਹੈ, ਸੁਪਨੇ ਦੀ ਨਿਆਈ ਹੈ। ਇਹਨਾਂ ਵਿੱਚੋਂ ਜਦੋਂ ਮੈਂ ਹੀ, ਮੇਰਾ ਸਰੀਰੇ ਥਿਰ ਨਹੀਂ ਰਹਿਣਾ ਏ, ਪਦਾਰਥ ਥਿਰ ਕਿੱਥੋਂ ਰਹਿ ਜਾਣਗੇ। ਤੇ ਮਾਲਕ ਜੀ ਜੇ ਤਰੁੱਠੇ ਹੋ ਨਾ, ਕਿਰਪਾ ਕਰੋ। ਹਰ ਦੀਜੈ ਨਾਮ ਪਿਆਰੀ ਜੀਓ। ਮਾਲਕ ਜੀ ਕਿਰਪਾ ਕਰਕੇ ਸਾਨੂੰ ਆਪਣੇ ਦਰ ਤੋਂ ਨਾਮ ਦੀ ਦਾਤ ਦੇਣਾ ਕਰੋ। ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਸਾਡੇ ਹਿਰਦੇ ਅੰਦਰ ਇਹ ਚਾਹ ਪੈਦਾ ਕਰੋ ਤਾਂ ਕਿ ਮਾਲਕ ਜੀ ਅਸੀਂ ਦਿਨ ਰਾਤ ਆਪ ਜੀ ਦੇ ਗੁਣਾਂ ਦਾ ਗਾਇਨ ਕਰਦੇ ਰਹੀਏ। ਇਸ ਕਰਕੇ ਇਹ ਨਾਮ ਦੀ ਦਾਤ ਪਰਮਾਤਮਾ ਸਾਨੂੰ ਬਖਸ਼ਣਾ ਕਰੋ। ਰਹਾਉ ਮਰਤ ਪਿਆਲ ਇਕਾਸ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਜਿਹਦੇ ਉੱਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਹਨ, ਉਹਨਾਂ ਦੇ ਉੱਤੇ ਉਹਨਾਂ ਨੂੰ ਫਿਰ ਗੁਰੂ ਸਰ ਸਤਿਗੁਰੂ ਮਰਤ ਮਾਤ ਲੋਕ, ਪਤਾਲ ਲੋਕ, ਆਕਾਸ਼ ਇਤਿਆਦਿਕ ਇੱਥੋਂ ਦੀ ਸੋਝੀ ਪਰਮਾਤਮਾ ਕਰਾ ਦਿੰਦਾ ਹੈ। ਜਿਨ੍ਹਾਂ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ, ਗੁਰੂ ਦੀ ਰਹਿਮਤ ਹੁੰਦੀ ਹੈ। ਸੋ ਬ੍ਰਹਮ ਅਜੋਨੀ ਹੈ ਭੀ ਹੋਨੀ, ਘਟ ਭੀਤਰ ਦੇਖ ਮੁਰਾਰੀ ਜੀਓ। ਗੁਰੂ ਕਹਿੰਦਾ ਕਿ ਭਾਈ ਸਿੱਖਾ, ਜਿਹੜਾ ਪਰਮੇਸ਼ਰ ਹੈ ਨਾ, ਪਰਮੇਸ਼ਰ ਦਾ ਸਰੂਪ ਕਿਹੜਾ ਹੈ? ਕਹਿੰਦੇ ਉਹ ਬ੍ਰਹਮ, ਜਿਹੜਾ ਉਹ ਬ੍ਰਹਮ ਹੈ ਨਾ, ਸੋ ਬ੍ਰਹਮ ਉਹ ਬ੍ਰਹਮ। ਕਹਿੰਦੇ ਅਜੂਨੀ, ਜੂਨਾ ਤੋਂ ਰਹਿਤ ਹੈ। ਅਜੂਨੀ ਸਹਿ ਭੰਗ, ਜੂਨਾ ਵਿੱਚ ਨਹੀਂ ਹੈ। ਜਿਹੜਾ ਜੂਨਾ ਵਿੱਚ ਆ ਜਾਂਦਾ ਉਹ ਪਰਮੇਸ਼ਰ ਨਹੀਂ ਹੋ ਸਕਦਾ। ਤੇ ਵਾਹਿਗੁਰੂ ਜੂਨਾ ਤੋਂ ਰਹਿਤ ਹੈ
ਭੀ ਹੋਨੀ। ਤਿੰਨਾਂ ਹਰ ਸਮਿਆਂ ਦੇ ਵਿੱਚ, ਪਹਿਲਾਂ ਵੀ ਸੀ, ਵਰਤਮਾਨ ਸਮੇਂ ਦੇ ਵਿੱਚ ਵੀ ਹੈ, ਅੱਗੇ ਵੀ ਹੋਵੇਗਾ। ਤੇ ਘਟ ਭੀਤਰ ਦੇਖ ਮੁਰਾਰੀ ਜੀਓ, ਐ ਭਾਈ ਤੇਰੇ ਹਿਰਦੇ ਦੇ ਵਿੱਚ ਹੈ ਉਹ, ਕਿਤੇ ਬਾਹਰ ਨਹੀਂ ਹੈ। ਤੂੰ ਬਾਹਰ ਭਾਲਦਾ ਫਿਰਦਾ ਏ। ਕਹਿੰਦੇ ਆਪਣੇ ਘਟ ਹਿਰਦੇ ਦੇ ਵਿੱਚ ਦੇਖ, ਝਾਤ ਮਾਰ ਅੰਦਰ ਦੇਖਣਾ ਕਰ, ਅੰਤਰੀਵ ਨੇਤਰਾਂ ਨਾਲ ਦੇਖ। ਤੈਨੂੰ ਉਹ ਪਰਮਾਤਮਾ ਅੰਦਰੋਂ ਹੀ ਪ੍ਰਾਪਤ ਹੋਵੇਗਾ, ਬਾਹਰ ਤੈਨੂੰ ਜਾਣ ਦੀ ਲੋੜ ਨਹੀਂ ਪਵੇਗੀ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਤੇ ਸਤਿਗੁਰੂ ਕਹਿੰਦੇ ਇਹ ਕਾਇਆ ਹੀ ਦੇਵਤਾ, ਕਾਇਆ ਹੀ ਦੇਵਲ ਹੈ, ਇਹੀ ਕਹਿੰਦੇ ਜੰਗਮ ਜਾਤੀ ਹੈ, ਕਿਉਂਕਿ ਇਹਦੇ ਵਿੱਚ ਹੀ ਉਹ ਪਰਮਾਤਮਾ ਜਿਹੜਾ ਹੈ ਵਸਿਆ ਹੋਇਆ। ਇਸ ਕਾਇਆ ਦੇ ਵਿੱਚੋਂ, ਸਰੀਰ ਦੇ ਵਿੱਚੋਂ ਹੀ ਉਸ ਰੱਬ ਨੂੰ ਪਰਮਾਤਮਾ ਲੱਭਿਆ ਜਾ ਸਕਦਾ ਹੈ, ਕਿਉਂਕਿ ਪਰਮਾਤਮਾ ਨੇ ਖੇਡ ਬਣਾ ਦਿੱਤੀ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਪਾਤਸ਼ਾਹ ਦੇ ਬਚਨ, ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ, ਬਜਾਇਆ ਬਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨ ਇਕ ਨ ਦਸਵਾ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਵ ਨਵ ਨਿਤ, ਇਸ ਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜੀਓ, ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ। ਸਰੀਰ ਗੁਫਾ ਬਣਾ ਦਿੱਤੀ, 9 ਦਰਵਾਜ਼ੇ ਜਿਹੜੇ ਖੁੱਲ੍ਹੇ ਰੱਖਣਾ ਕੀਤੇ, 10ਵਾਂ ਦਰਵਾਜ਼ਾ ਪਰਮਾਤਮਾ ਨੇ ਬੰਦ ਕਰ ਦਿੱਤਾ। ਤੇ ਪਰਮਾਤਮਾ ਨੇ ਆਖਿਆ ਕਿ ਜਦੋਂ ਤੂੰ ਇਹ ਦਰਵਾਜ਼ਾ ਖੋਲ੍ਹ ਲਵੇਗਾ ਨਾ, ਉਦੋਂ ਤੂੰ ਮੈਨੂੰ ਪ੍ਰਾਪਤ ਕਰ ਲਵੇਗਾ। ਤੇ ਉਸ ਦਰਵਾਜ਼ੇ ਨੂੰ ਖੋਲ੍ਹਣ ਦੀ ਕੁੰਜੀ ਕਿੱਥੇ ਹੈ? ਉਹ ਕੁੰਜੀ ਹੈ ਗੁਰੂ ਦੇ ਕੋਲ। ਗੁਰੂ ਫਿਰ ਜਦੋਂ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਨਾ, ਤੇ ਗੁਰੂ ਸਾਹਿਬਾਨ ਉਹ ਸਿੱਖ ਨੂੰ ਕਹਿੰਦੇ, ਸਿੱਖਾ ਪਹਿਲਾਂ ਆਪਣੇ ਅੰਦਰੋਂ ਅਹੰਗ ਦੀ ਢੇਰੀ ਨੂੰ ਖਤਮ ਕਰ। ਜਿਹੜੀ ਅਹੰਗ ਦੀ ਢੇਰੀ ਲੱਗੀ ਹੋਈ ਨਾ, ਹੰਕਾਰ ਦੀ ਢੇਰੀ, ਇਹਨੂੰ ਤੂੰ ਪਿੱਛੇ ਕਰ ਦੇ। ਆਪਣੇ ਹਿਰਦੇ ਅੰਦਰ ਨਿਮਰਤਾ ਵਾਲਾ ਗੁਣ ਧਾਰਨ ਕਰ। ਜਦੋਂ ਨਿਮਾਣਾ ਬਣ ਜਾਵੇਗਾ, ਫਿਰ ਗੁਰੂ ਨੇ ਗਿਆਨ ਰੂਪੀ ਕੁੰਜੀ ਦੇਣੀ ਹੈ। ਗਿਆਨ ਦੀ ਕੁੰਜੀ ਕਿਹੜੀ ਹੈ? ਗੁਰ ਸ਼ਬਦ। ਗਿਆਨ ਦੀ ਕੁੰਜੀ ਗੁਰ ਸ਼ਬਦ ਹੈ। ਉਹ ਸ਼ਬਦ ਰੂਪੀ ਕੁੰਜੀ ਸਤਿਗੁਰ ਨੇ ਦੇਣੀ ਹੈ। ਜਿੱਦਾਂ ਜਦੋਂ ਸ਼ਬਦ ਦਾ ਅਭਿਆਸ ਸਿੱਖ ਕਰਦਾ ਜਾਵੇਗਾ, ਤੇ ਸੱਚ ਜਾਣਿਓ, ਫਿਰ ਹਿਰਦੇ ਅੰਦਰ ਉਸ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੇ ਹੋਏ ਗਿਆਨ ਦਾ ਪ੍ਰਕਾਸ਼ ਹੋਵੇ, ਗੁਰੂ ਦੇ ਗਿਆਨ ਰਾਹੀਂ। ਫਿਰ ਉਸ ਹੀ 9 ਦੁਆਰੇ ਪ੍ਰਗਟ ਦਸਵਾਂ ਗੋਤਰ ਦਿਖਾਇਆ। ਫਿਰ ਗੁਰੂ ਸਾਹਿਬ ਜਿਹੜਾ ਗੁਪਤ ਦਰਵਾਜ਼ਾ ਉਹ ਖੁੱਲ੍ਹ ਜਾਵੇਗਾ, ਫਿਰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਫਿਰ ਘਟ ਭੀਤਰ ਦੇਖ ਮੁਰਾਰੀ ਜੀਓ, ਆਪਣੇ ਘਟ ਹਿਰਦੇ ਵਿੱਚ ਹੀ ਕਹਿੰਦੇ ਉਸ ਮੁਰਾਰੀ ਨੂੰ, ਮੁਰ ਇਤਿਆਦਿਕ ਦੈਂਤਾਂ ਨੂੰ ਮਾਰਨ ਵਾਲਾ ਪਰਮੇਸ਼ਰ ਦੇਖ ਲਵੇਗਾ। ਜਨਮ ਮਰਨ ਕੋ ਇਹੋ ਜਗ ਬੱਪੜੋ, ਇਨ ਦੂਜੈ ਭਗਤ ਬਿਸਾਰੀ ਜੀਓ। ਸਤਿਗੁਰੂ ਕਹਿੰਦੇ ਇਹ ਜਗਤ ਕੀ ਹੈ? ਕਹਿੰਦੇ ਇਹ ਬੱਪੜਾ ਵਿਚਾਰਾ ਜਗਤ, ਇਹਦੇ ਵਿੱਚ ਕਹਿੰਦੇ ਜੀਵ ਜਨਮ ਲੈ ਕੇ ਆਉਂਦਾ, ਮਰ ਕੇ ਚਲਿਆ ਜਾਂਦਾ। ਕਹਿੰਦੇ ਇਸ ਤਰ੍ਹਾਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਹਦੇ ਵਿੱਚ ਗਲਤਾਨ ਹੋ ਕੇ, ਦੁਬਿਧਾ ਵਿੱਚ, ਦਵੈਤ ਵਿੱਚ ਫਸ ਕੇ ਜੀਵ ਨੇ ਪਰਮਾਤਮਾ ਦੀ ਭਗਤੀ ਵਿਸਾਰ ਦਿੱਤੀ, ਪਰਮਾਤਮਾ ਦੀ ਬੰਦਗੀ ਉਸ ਵਿਸਾਰ ਦਿੱਤੀ। ਕਿਉਂਕਿ ਮੋਹ ਪਾਣਾ ਸੀ ਪਰਮਾਤਮਾ ਨਾਲ, ਗੁਰੂ ਦੇ ਨਾਲ, ਅਤੇ ਮੋਹ ਪਾ ਲਿਆ ਸੰਸਾਰ ਦੇ ਨਾਲ, ਜਿਸ ਕਰਕੇ ਪਰਮਾਤਮਾ ਦੀ ਭਗਤੀ ਨਾਲ ਇਹ ਟੁੱਟ ਗਿਆ। ਸਤਿਗੁਰ ਮਿਲੈ ਤਾਂ ਗੁਰਮਤ ਪਾਈਐ, ਸਾਕਤ ਬਾਜੀ ਹਾਰੀ ਜੀਓ। ਪਾਤਸ਼ਾਹ ਜੀ ਕੋਈ ਇਹੋ ਜਿਹਾ ਵੀ ਹੈ ਜਿਹੜਾ ਇਸ ਸੰਸਾਰ ਤੋਂ ਬਚ ਸਕਦਾ ਹੈ, ਤਰ ਸਕਦਾ ਹੈ? ਤੇ ਪਾਤਸ਼ਾਹ ਕਹਿੰਦੇ ਹਾਂ ਭਾਈ, ਜਿਹਨੂੰ ਸਤਿਗੁਰੂ ਮਿਲ ਜਾਂਦੇ ਨੇ, ਜਿਹੜੇ ਗੁਰਮਤਿ ਦੇ ਧਾਰਨੀ ਬਣ ਜਾਂਦੇ ਹਨ, ਸਤਿਗੁਰੂ ਨੂੰ ਗੁਰਮਤਿ ਦੇ ਧਾਰਨੀ ਬਣਦੇ ਨੇ, ਉਹ ਤਾਂ ਕਹਿੰਦੇ ਸੰਸਾਰ ਸਮੁੰਦਰ ਤਰ ਜਾਂਦੇ ਨੇ, ਉਹ ਤਾਂ ਪਰਮੇਸ਼ਰ ਨਾਲ, ਗੁਰੂ ਨਾਲ ਇੱਕਮਿਕ ਹੋ ਜਾਂਦੇ ਨੇ। ਪਰ ਕਹਿੰਦੇ ਮਨੁੱਖਾ ਜਨਮ ਕੀ ਹੈ? ਇੱਕ ਬਾਜੀ ਦੀ ਨਿਆਈ ਹੈ, ਬਾਜੀ ਦੀ ਨਿਆਈ ਹੈ। ਪਰ ਕਹਿੰਦੇ ਸਾਕਤ ਪੁਰਸ਼ਾਂ ਨੇ, ਗੁਰਮੁਖਾਂ ਨੇ ਤਾਂ ਆਪਣਾ ਜੀਵਨ ਸਫਲਾ ਕਰ ਲਿਆ, ਗੁਰੂ ਜਪ ਕੇ, ਬਾਣੀ ਪੜ੍ਹ ਕੇ, ਸਿਮਰਨ ਕਰਕੇ, ਸੇਵਾ ਕਰਕੇ। ਪਰ ਸਾਕਤ ਪੁਰਸ਼ਾਂ ਨੇ ਮਨੁੱਖਾ ਜਨ ਰੂਪੀ ਬਾਜੀ ਹਾਰ ਲਈ। ਸਤਿਗੁਰ ਬੰਦਨ
ਤੋੜ ਨਿਰਾਰੇ, ਬਹੁੜ ਨਾ ਗਰਭ ਮਝਾਰੀ ਜੀਓ। ਗੁਰੂ ਕੀ ਕਰਦਾ ਹੈ? ਤੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਨੂੰ ਵਿਸ਼ੇ ਵਿਕਾਰਾਂ ਦੇ ਬੰਧਨ ਪਏ ਹੋਏ ਨੇ, ਜਕੜਿਆ ਹੋਇਆ ਮੋਹ ਦੀਆਂ ਤੰਦਾਂ ਵਿੱਚ ਜੀ ਵਧਿਆ ਹੋਇਆ ਹੈ, ਸਤਿਗੁਰੂ ਕੀ ਕਰਦੇ ਨੇ? ਕਹਿੰਦੇ ਸਭ ਤੋਂ ਪਹਿਲਾਂ ਸਿੱਖ ਦੇ ਬੰਧਨਾਂ ਨੂੰ ਤੋੜਦੇ ਕੱਟਦੇ ਹਨ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਤੇ ਸਤਿਗੁਰੂ ਜੀ ਫਿਰ ਇਸ ਤਰ੍ਹਾਂ ਬੰਧਨ ਕੱਟਦੇ ਨੇ ਤੇ ਉਹ ਬੰਧਨਾਂ ਨੂੰ ਤੋੜ ਕੇ ਨਿਰਾਰੇ ਸਤਿਗੁਰੂ ਵੱਖਰੇ ਕਰ ਦਿੰਦੇ ਹਨ। ਤੇ ਉਹ ਫਿਰ ਜੀਵ ਬਹੁੜ ਨਾ ਗਰਭ ਮਝਾਰੀ ਜੀਓ, ਦੁਆਰਾ ਫਿਰ ਮਾਤਾ ਦੇ ਗਰਭ ਵਿੱਚ ਨਹੀਂ ਆਉਂਦੇ। ਭਾਵ ਉਹ ਜੀਵ ਜਿਹੜੇ ਨੇ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ। ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਅਖੀਰਲੀ ਪੰਕਤੀ 'ਚ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਹਨ, ਨਾਨਕ ਗੁਰੂ ਜੀ ਉਚਾਰਨ ਕਰਦੇ ਹਨ ਕਿ ਗਿਆਨ ਰਤਨ ਪ੍ਰਕਾਸ਼ਿਆ, ਕਿ ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਦਾ ਰਤਨ, ਗਿਆਨ ਰੂਪੀ ਰਤਨ ਜਿਹੜਾ ਪ੍ਰਕਾਸ਼ ਹੋ ਗਿਆ, ਭਾਵ ਹਿਰਦੇ ਅੰਦਰ ਅਨੁਭਵ ਪ੍ਰਕਾਸ਼ ਹੋ ਗਿਆ। ਕਹਿੰਦੇ ਫਿਰ ਉਹਨਾਂ ਦੇ ਮਨ ਵਿੱਚ ਹਰ ਮਨ ਵਸਿਆ ਨਿਰੰਕਾਰੀ ਜੀਓ, ਜਿਹੜਾ ਨਿਰੰਕਾਰੀ ਆਕਾਰ ਤੋਂ ਰਹਿਤ ਹੈ। ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਉਹਨਾਂ ਜੀਵਾਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਆਪਾਂ ਵੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ, ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਵੀ ਬਖਸ਼ਿਸ਼ ਕਰੋ। ਸਾਨੂੰ ਜੋ